ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ। ਸਤਿ ਸ੍ਰੀ ਅਕਾਲ ਸਾਥੀਓ, ਦੁਨੀਆ ਦਾ ਇਤਿਹਾਸ ਕਈ ਮਹਾਨ ਯੋਧਿਆਂ, ਸ਼ੂਰਵੀਰਾਂ ਅਤੇ ਜਰਨੈਲਾਂ ਦੇ ਨਾਵਾਂ ਨਾਲ ਭਰਿਆ ਹੋਇਆ ਹੈ ਜੋ ਕਿ ਆਪਣੀ ਨਿਡਰਤਾ, ਮਹਾਨਤਾ ਅਤੇ ਬਹਾਦਰੀ ਕਾਰਨ ਅੱਜ ਵੀ ਸਾਡੇ ਦਿਲਾਂ ਉੱਤੇ ਰਾਜ ਕਰਦੇ ਹਨ। ਅਜਿਹੇ ਯੋਧਿਆਂ ਵਿੱਚੋਂ ਪੰਜਾਬ ਦੀ ਧਰਤੀ ਉੱਤੇ ਸਰਦਾਰ ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ 1791 ਵਿੱਚ ਜਨਮ ਹੋਏ ਇੱਕ ਮਹਾਨ ਯੋਧੇ ਅਤੇ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਨਾਮ ਸੁਨਹਿਰੇ ਸ਼ਬਦਾਂ ਵਿੱਚ ਲਿਖਿਆ ਜਾਂਦਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਅਜਿਹੇ ਅਣਗੌਲੇ ਅਤੇ ਅਣਦੇਖੇ ਪੱਖਾਂ ਬਾਰੇ ਜੋ ਬਹੁਤ ਘੱਟ ਲੋਕ ਜਾਣਦੇ ਹਨ। ਆਓ ਸ਼ੁਰੂ ਕਰੀਏ। ਸਰਦਾਰ ਹਰੀ ਸਿੰਘ ਨਲੂਆ ਜੀ ਦਾ ਜਨਮ 1791 ਵਿੱਚ ਹੋਇਆ ਅਤੇ 1798 ਵਿੱਚ ਪਿਤਾ ਦੇ ਗੁਜ਼ਰਨ ਤੋਂ ਬਾਅਦ ਇਹ ਆਪਣੀ ਮਾਤਾ ਦੇ ਨਾਲ ਆਪਣੇ ਨਾਨਕੇ ਚਲੇ ਗਏ ਅਤੇ ਉੱਥੇ ਇਹਨਾਂ ਗੱਤਕਾਬਾਜ਼ੀ ਦਾ ਅਧਿਐਨ ਕੀਤਾ। ਉਸ ਸਮੇਂ ਦੀ ਸ਼ਸਤਰ ਵਿਦਿਆ ਦੇ ਕਠਿਨ ਹੋਣ ਬਾਰੇ ਇੱਥੋਂ ਵੀ ਪ੍ਰਮਾਣ ਮਿਲਦਾ ਹੈ ਕਿ ਸਰਦਾਰ ਹਰੀ ਸਿੰਘ ਜੀ ਦੀ ਮਾਤਾ ਨੂੰ ਉਹਨਾਂ ਦੇ ਗੱਤਕੇ ਦੇ ਉਸਤਾਦ ਨੇ ਕਿਹਾ ਸੀ ਕਿ ਗੱਤਕੇ ਦੀ ਸਿਖਲਾਈ ਤਾਂ ਮੈਂ ਇਸ ਨੂੰ ਦੇ ਦੇਵਾਂਗਾ, ਪਰ ਇਸ ਦੌਰਾਨ ਇਸ ਦਾ ਕੋਈ ਅੰਗ ਵੀ ਜਾ ਸਕਦਾ ਹੈ ਅਤੇ ਜਾਨ ਵੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ 14 ਸਾਲ ਦੀ ਉਮਰ ਵਿੱਚ ਅੱਜ ਦੇ ਬੱਚਿਆਂ ਨੂੰ ਸੋਝੀ ਵੀ ਨਹੀਂ ਹੁੰਦੀ, ਉਸ ਉਮਰ ਵਿੱਚ ਉਹਨਾਂ ਨੇ ਸ਼ਸਤਰ ਵਿਦਿਆ ਦਾ ਅਧਿਐਨ ਕਰ ਲਿਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਗੁਰਮੁਖੀ, ਫਾਰਸੀ ਅਤੇ ਪਸ਼ਤੋ ਭਾਸ਼ਾ ਦਾ ਵੀ ਅਧਿਐਨ ਕੀਤਾ ਸੀ। ਉਹਨਾਂ ਸਮਿਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵਿਸਾਖੀ ਦੇ ਸਮੇਂ ਬਹੁਤ ਵੱਡਾ ਦੀਵਾਨ ਲਗਾਉਂਦੇ ਸਨ, ਜਿਸ ਵਿੱਚ ਕਈ ਤਰ੍ਹਾਂ ਦੇ ਮੁਕਾਬਲੇ ਹੁੰਦੇ ਸਨ, ਜਿਵੇਂ ਕਿ ਤਲਵਾਰਬਾਜ਼ੀ, ਘੋੜਸਵਾਰੀ ਅਤੇ ਹੋਰ ਵੀ ਕਈ। ਜੋ ਇਹਨਾਂ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਦਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਕਰ ਲਿਆ ਜਾਂਦਾ। 14 ਸਾਲ ਦੇ ਹਰੀ ਸਿੰਘ ਨੇ ਉਸ ਮੁਕਾਬਲੇ ਵਿੱਚ ਤਲਵਾਰਬਾਜ਼ੀ ਦੇ ਅਜਿਹੇ ਜ਼ੋਰ ਵਿਖਾਏ ਕਿ ਮਹਾਰਾਜਾ ਨੇ ਉਸੇ ਵਕਤ ਹਰੀ ਸਿੰਘ ਨੂੰ ਆਪਣਾ ਨਿੱਜੀ ਅੰਗ ਰੱਖਿਅਕ ਨਿਯੁਕਤ ਕਰ ਦਿੱਤਾ। ਇੱਕ ਵਾਰੀ ਸਰਦਾਰ ਹਰੀ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਜੰਗਲ ਵਿੱਚੋਂ ਜਾ ਰਹੇ ਸੀ ਤੇ ਉੱਥੇ ਉਹਨਾਂ ਨੂੰ ਇੱਕ ਸ਼ੇਰ ਮਿਲ ਗਿਆ ਅਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਹਾ ਕਿ ਇਸ ਸ਼ੇਰ ਨਾਲ ਲੜਨ ਦਾ ਪਹਿਲਾ ਹੱਕ ਮੇਰਾ ਹੈ। ਸ਼ੇਰ ਨਾਲ ਲੜਦੇ ਹੋਏ ਉਹਨਾਂ ਦੇ ਹੱਥ ਵਿੱਚੋਂ ਕਿਰਪਾਨ ਗਿਰ ਜਾਣ ਤੇ ਜੋ ਉਹਨਾਂ ਕੀਤਾ ਉਹ ਹੈਰਾਨ ਕਰ ਦੇਣ ਵਾਲਾ ਸੀ। ਆਮ ਤੌਰ ਤੇ ਸ਼ੇਰ ਦਾ ਸ਼ਿਕਾਰ ਨੇਜੇ ਜਾਂ ਫਿਰ ਬੰਦੂਕ ਨਾਲ ਕੀਤਾ ਜਾਂਦਾ ਸੀ, ਪਰ ਕੌਮ ਦੇ ਇਸ ਮਹਾਨ ਜਰਨੈਲ ਨੇ ਸ਼ੇਰ ਦਾ ਸ਼ਿਕਾਰ ਆਪਣੇ ਗਾਤਰੇ ਦੀ ਕਿਰਪਾਨ ਨਾਲ ਕੀਤਾ ਅਤੇ ਉਸ ਦਾ ਜਬਾੜਾ ਗੱਬੇ ਤੋਂ ਪਾੜ ਦਿੱਤਾ, ਜਦਕਿ ਸ਼ੇਰ ਦੇ ਜਬਾੜੇ ਦਾ ਪ੍ਰੈਸ਼ਰ 900 ਤੋਂ 1100 ਪਾਉਂਡ ਪਰ ਸਕੁਅਰ ਇੰਚ ਦਾ ਹੁੰਦਾ ਹੈ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਜੀ ਨੂੰ ਗਲੇ ਨਾਲ ਲਾ ਕੇ ਕਿਹਾ ਕਿ ਅੱਜ ਤੋਂ ਤੂੰ ਮੇਰਾ ਰਾਜਾ ਨਲ ਹੈ। ਰਾਜਸਥਾਨ ਦੀ ਇੱਕ ਵੀਰ ਰਸੀ ਕਵਿਤਾ ਸੀ ਢੋਲਾ, ਜਿਸ ਵਿੱਚ ਰਾਜੇ ਨਲ ਦੁਆਰਾ ਸ਼ੇਰ ਨੂੰ ਮਾਰਨ ਦਾ ਕਿੱਸਾ ਸੀ, ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਜੀ ਰਾਜਾ ਨਲ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਇਸ ਤੋਂ ਬਾਅਦ ਸਰਦਾਰ ਹਰੀ ਸਿੰਘ ਤੋਂ ਹਰੀ ਸਿੰਘ ਨਲੂਆ ਨਾਂ ਨਾਲ ਪ੍ਰਚਲਿਤ ਹੋ ਗਏ। ਉਹਨਾਂ ਦੀ ਜਗੀਰ ਵਿੱਚ ਵਾਧਾ ਕੀਤਾ ਗਿਆ, ਜਿਸ ਦੀ ਆਮਦਨ ਅਖੀਰ ਤੱਕ 9,99,000 ਸਾਲਾਨਾ ਸੀ, ਜਿਸ ਦੀ ਵਰਤੋਂ ਉਹ ਆਪਣੇ ਆਪ ਨੂੰ ਛੱਡ ਕੇ ਕਈ ਗੁਰਧਾਮਾਂ ਉੱਤੇ ਕਰਦੇ, ਜਿਵੇਂ ਤਰਨਤਾਰਨ ਸਾਹਿਬ ਦੀ ਸੇਵਾ ਕਰਵਾਈ, ਅਕਾਲ ਤਖਤ ਸਾਹਿਬ ਦੇ ਉੱਪਰ ਵਾਲਾ ਸੋਨੇ ਦਾ ਗੁੰਬਦ ਬਣਵਾਇਆ, ਭਾਈ ਜੋਗਾ ਸਿੰਘ ਦੇ ਗੁਰਦੁਆਰੇ ਦੀ ਸੇਵਾ ਕਰਵਾਈ ਅਤੇ ਪੰਜਾ ਸਾਹਿਬ ਦੀ ਸੇਵਾ ਕਰਵਾਈ। ਇਸ ਤੋਂ ਇਲਾਵਾ ਅੱਧੀ ਰਕਮ ਉਹ ਫੌਜ ਉੱਤੇ ਖਰਚ ਦਿੰਦੇ ਸਨ। ਹਰੀ ਸਿੰਘ ਨਲੂਆ ਜੀ ਨੇ ਕਈ ਜੰਗਾਂ ਲੜੀਆਂ, ਜਿਨ੍ਹਾਂ ਵਿੱਚੋਂ ਮੁਲਤਾਨ ਦੀ ਜੰਗ ਦੌਰਾਨ ਉਹ ਬਹੁਤ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਠੀਕ ਹੋਣ ਲਈ 6 ਮਹੀਨੇ ਦਾ ਸਮਾਂ ਲੱਗ ਗਿਆ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਿਚਨੀ ਦਾ ਇਲਾਕਾ ਫਤਿਹ ਕੀਤਾ ਤਾਂ ਉਦੋਂ ਉਹਨਾਂ ਪਾਸ ਇੱਕ ਪੰਡਤ ਨੇ ਆ ਕੇ ਬੇਨਤੀ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਵਿਆਹ ਕੇ ਲੈ ਕੇ ਆ ਰਹੇ ਸਨ, ਪਰ ਰਸਤੇ ਵਿੱਚ ਪਠਾਣਾ ਨੇ ਉਹਨਾਂ ਦੀ ਨੂੰਹ ਨੂੰ ਅਗਵਾ ਕਰ ਲਿਆ ਹੈ, ਕਿਰਪਾ ਕਰਕੇ ਉਹਨਾਂ ਦੀ ਮਦਦ ਕਰੋ। ਪਠਾਣਾ ਦੀ ਗਿਣਤੀ ਪੁੱਛਣ ਉੱਤੇ ਪਤਾ ਚੱਲਿਆ ਕਿ ਉਹ ਕੇਵਲ 5 ਹੀ ਸਨ, ਜਦਕਿ ਬਰਾਤ ਵਿੱਚ ਕੁੱਲ 30 ਤੋਂ 40 ਵਿਅਕਤੀ ਸਨ। ਫਿਰ ਹਰੀ ਸਿੰਘ ਜੀ ਨੇ ਖਾਂ ਦੇ ਇਲਾਕੇ ਨੂੰ ਫਤਿਹ ਕਰਕੇ ਉਸ ਲੜਕੀ ਨੂੰ ਛਡਾਇਆ ਅਤੇ ਉਸ ਨੂੰ ਭੈਣ ਕਹਿ ਕੇ ਸੰਬੋਧਨ ਕੀਤਾ, ਪਰ ਉਸ ਲੜਕੀ ਨੇ ਘਰ ਵਾਪਸ ਜਾਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਸ ਦਾ ਕਹਿਣਾ ਸੀ ਕਿ ਜੋ ਲੋਕ ਮੇਰੀ ਪਹਿਲਾਂ ਰਾਖੀ ਨਹੀਂ ਕਰ ਸਕੇ ਉਹ ਹੁਣ ਕੀ ਕਰਨਗੇ, ਅਤੇ ਜੇ ਹੁਣ ਮੈਨੂੰ ਫਿਰ ਕਿਸੇ ਨੇ ਅਗਵਾ ਕਰ ਲਿਆ ਤਾਂ ਸਭ ਕਹਿਣਗੇ ਕਿ ਕਿਸੇ ਨੇ ਹਰੀ ਸਿੰਘ ਨਲੂਏ ਦੀ ਭੈਣ ਨੂੰ ਅਗਵਾ ਕਰ ਲਿਆ ਹੈ। ਇਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਪਾਨ ਕੀਤਾ ਅਤੇ ਉਹ ਬੀਬੀ ਸ਼ਰਨੀ ਤੋਂ ਬੀਬੀ ਹਰਸ਼ਰਨ ਕੌਰ ਬਣ ਗਏ। ਪੇਸ਼ਾਵਰ ਦਾ ਗਵਰਨਰ ਬਣ ਜਾਣ ਤੋਂ ਬਾਅਦ ਹਰੀ ਸਿੰਘ ਨਲੂਆ ਜੀ ਨੇ ਬਹੁਤ ਸਾਰੇ ਕਿਲਿਆਂ ਦਾ ਜਾਲ ਬਣਾ ਦਿੱਤਾ ਸੀ। ਕਈ ਕਿਲੇ ਨਵੇਂ ਬਣਾਏ ਗਏ ਅਤੇ ਕਈ ਪੁਰਾਣੇ ਕਿਲਿਆਂ ਦੀ ਮੁਰੰਮਤ ਕੀਤੀ ਗਈ। ਜਦੋਂ ਨਾਸਰ ਖਾਂ ਨੂੰ ਪਤਾ ਲੱਗਿਆ ਕਿ ਹਰੀ ਸਿੰਘ ਨਲੂਆ ਜੀ ਨੇ ਦਰਿਆਈ ਖੈਬਰ ਉੱਤੇ ਕਬਜ਼ਾ ਕਰ ਲਿੱਤਾ ਹੈ ਤਾਂ ਉਸਨੇ ਆਪਣੇ ਪੁੱਤਰ ਨਾਲ ਉੱਥੋਂ ਚੱਲਣ ਦਾ ਫੈਸਲਾ ਕੀਤਾ ਤਾਂ ਜੋ ਹਰੀ ਸਿੰਘ ਨਲੂਆ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ। ਇਸ ਤੋਂ ਬਾਅਦ ਉਸ ਦਾ ਪੁੱਤਰ ਆਪਣੀ ਮੰਗੇਤਰ ਕੋਲ ਗਿਆ ਅਤੇ ਉਸ ਨੂੰ ਉਹਨਾਂ ਨਾਲ ਚੱਲਣ ਲਈ ਕਹਿਣ ਲੱਗਾ, ਪਰ ਉਸ ਦੀ ਮੰਗੇਤਰ ਉਸ ਮਹਾਨ ਯੋਧੇ ਨਾਲ ਮਿਲਣਾ ਚਾਹੁੰਦੀ ਸੀ ਜਿਸ ਦੇ ਨਾਮ ਨੇ ਹੀ ਸਭ ਪਾਸੇ ਭਾਜੜਾ ਪਾ ਦਿੱਤੀਆਂ ਸਨ, ਅਤੇ ਗੁਲਫਾਮ ਦੁਆਰਾ ਲੱਖ ਸਮਝਾਉਣ ਉੱਤੇ ਕਿ ਉੱਥੇ ਤੇਰੀ ਇੱਜ਼ਤ ਅਤੇ ਜ਼ਿੰਦਗੀ ਦੋਹਾਂ ਨੂੰ ਖਤਰਾ ਹੋ ਸਕਦਾ ਹੈ, ਉਹ ਉੱਥੇ ਪਹੁੰਚ ਗਈ ਜਿੱਥੇ ਹਰੀ ਸਿੰਘ ਨਲੂਆ ਜੀ ਆਪਣੇ ਤੰਬੂ ਵਿੱਚ ਬੈਠੇ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ।
ਪਾਠ ਦੀ ਸਮਾਪਤੀ ਤੋਂ ਬਾਅਦ ਜਦੋਂ ਹਰੀ ਸਿੰਘ ਨਲੂਆ ਜੀ ਨੇ ਆਪਣੀ ਅੱਖਾਂ ਖੋਲੀਆਂ ਤਾਂ ਉਸ ਲੜਕੀ ਨੂੰ ਆਪਣੇ ਸਾਹਮਣੇ ਖੜਾ ਪਾਇਆ। ਉਸ ਲੜਕੀ ਨੇ ਆਪਣਾ ਪਹਿਲਾ ਸਵਾਲ ਪੁੱਛਦੇ ਹੋਏ ਕਿਹਾ ਕਿ ਤੁਸੀਂ ਕੌਣ ਹੋ, ਜਿਸ ਉੱਤੇ ਹਰੀ ਸਿੰਘ ਨਲੂਆ ਜੀ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਪੁੱਤਰ ਹਾਂ। ਉਸਨੇ ਦੂਜਾ ਸਵਾਲ ਪੁੱਛਿਆ ਕਿ ਤੁਸੀਂ ਸਾਡੇ ਇਲਾਕੇ ਉੱਤੇ ਕਬਜ਼ਾ ਕਿਉਂ ਕੀਤਾ ਹੈ, ਤਾਂ ਹਰੀ ਸਿੰਘ ਨਲੂਆ ਜੀ ਨੇ ਕਿਹਾ ਕਿ ਅਸੀਂ ਕਿਸੇ ਦੇ ਇਲਾਕੇ ਉੱਤੇ ਕਬਜ਼ਾ ਨਹੀਂ ਕੀਤਾ, ਅਸੀਂ ਤਾਂ ਆਪਣੇ ਘਰ ਦੀ ਰੱਖਿਆ ਕੀਤੀ ਹੈ। ਜਿਸ ਤੋਂ ਬਾਅਦ ਉਹ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਈ। ਫਿਰ ਉਸਨੇ ਕਿਹਾ ਕਿ ਮੈਂ ਕਿਸੇ ਬਹਾਦਰ ਵਿਅਕਤੀ ਨਾਲ ਵਿਆਹ ਕਰਵਾਉਣ ਦਾ ਪ੍ਰਣ ਕੀਤਾ ਸੀ ਅਤੇ ਮੈਂ ਤੁਹਾਡੇ ਨਾਲ ਵਿਆਹ ਕਰਕੇ ਤੁਹਾਡੇ ਵਰਗਾ ਇੱਕ ਪੁੱਤਰ ਪ੍ਰਾਪਤ ਕਰਨਾ ਚਾਹੁੰਦੀ ਹਾਂ। ਜਿਸ ਉੱਤੇ ਹਰੀ ਸਿੰਘ ਨਲੂਆ ਜੀ ਬਹੁਤ ਗੁੱਸਾ ਹੋਏ ਅਤੇ ਆਪਣੀ ਕਿਰਪਾਨ ਉੱਤੇ ਹੱਥ ਰੱਖ ਕੇ ਉਸ ਨੂੰ ਉੱਥੋਂ ਚਲੇ ਜਾਣ ਲਈ ਕਹਿ ਦਿੱਤਾ। ਉਸ ਸਮੇਂ ਹਰੀ ਸਿੰਘ ਨਲੂਆ ਜੀ ਵਿਆਹੇ ਹੋਏ ਸਨ। ਜਾਂਦੀ ਜਾਂਦੀ ਉਸਨੇ ਕਿਹਾ ਕਿ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ, ਪਰ ਅੱਜ ਮੈਂ ਖਾਲੀ ਜਾ ਰਹੀ ਹਾਂ। ਜਿਸ ਤੋਂ ਬਾਅਦ ਹਰੀ ਸਿੰਘ ਨਲੂਆ ਜੀ ਨੇ ਉਸ ਨੂੰ ਵਾਪਸ ਬੁਲਾਇਆ ਅਤੇ ਉਸ ਦਾ ਨਾਮ ਪੁੱਛਣ ਉੱਤੇ ਉਸਨੇ ਆਪਣਾ ਨਾਮ ਬਾਨੋ ਦੱਸਿਆ। ਇਸ ਤੋਂ ਬਾਅਦ ਹਰੀ ਸਿੰਘ ਨਲੂਆ ਜੀ ਨੇ ਆਪਣੀ ਕੋਲ ਰੱਖੀ ਇੱਕ ਚਾਦਰ ਨੂੰ ਉਸਦੇ ਸਿਰ ਉੱਤੇ ਦਿੱਤਾ ਅਤੇ ਹੱਥ ਜੋੜ ਕੇ ਕਿਹਾ ਕਿ ਤੂੰ ਚਾਹੁੰਦੀ ਸੀ ਕਿ ਤੇਰੇ ਕੋਲ ਮੇਰੇ ਵਰਗਾ ਇੱਕ ਪੁੱਤਰ ਹੋਵੇ, ਤਾਂ ਅੱਜ ਤੋਂ ਮੈਂ ਤੇਰਾ ਪੁੱਤਰ ਤੇ ਤੂੰ ਮੇਰੀ ਮਾਤਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ 42 ਸਾਲ ਤੋਂ ਉੱਪਰ ਦੀ ਉਮਰ ਦਾ ਹਰੀ ਸਿੰਘ ਨਲੂਆ ਉਸ 19-20 ਸਾਲ ਦੀ ਬਾਨੋ ਨੂੰ ਮਾਤਾ ਕਹਿ ਕੇ ਬੁਲਾਉਂਦਾ ਰਿਹਾ। 1881 ਦੇ ਵਿੱਚ ਜਦੋਂ ਇੱਕ ਅੰਗਰੇਜ਼ ਵਿਅਕਤੀ ਦੁਨੀਆ ਦੇ ਮਹਾਨ ਜਰਨੈਲਾਂ ਦੇ ਨਾਮ ਲਿਖ ਰਿਹਾ ਸੀ ਤਾਂ ਹਰੀ ਸਿੰਘ ਨਲੂਆ ਦਾ ਨਾਮ ਲਿਖਦੇ ਹੋਏ ਉਸ ਦਾ ਸਿਰ ਝੁਕ ਗਿਆ। ਕਿਸੇ ਦੀ ਨਜ਼ਰ ਵਿੱਚ ਸਿਕੰਦਰ ਮਹਾਨ ਹੋਵੇਗਾ ਅਤੇ ਕਿਸੇ ਦੀ ਵਿੱਚ ਚੰਗੇਜ਼ ਖਾਂ, ਪਰ ਦਰਿਆਈ ਖੈਬਰ ਉੱਤੇ ਹਰ ਇੱਕ ਯੋਧੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਹਰੀ ਸਿੰਘ ਨਲੂਆ ਇਕੱਲਾ ਹੀ ਅਜਿਹਾ ਯੋਧਾ ਸੀ ਜਿਸ ਨੇ ਦਰਿਆਈ ਖੈਬਰ, ਜਿੱਥੇ ਅੱਜ ਅਮਰੀਕਾ ਦੀ ਵੀ ਨਹੀਂ ਚੱਲਦੀ, ਉਸ ਨੂੰ ਫਤਿਹ ਕੀਤਾ ਸੀ। ਸਰਦਾਰ ਹਰੀ ਸਿੰਘ ਨਲੂਆ ਜੀ ਦੀ ਨੀਡਰਤਾ ਅਤੇ ਬਹਾਦਰਤਾ ਦਾ ਪ੍ਰਮਾਣ ਇੱਥੋਂ ਵੀ ਮਿਲਦਾ ਹੈ ਕਿ ਉਹ ਇੱਕ ਵਾਰੀ ਆਮ ਕੱਪੜਿਆਂ ਵਿੱਚ ਫਲਾਹ ਦੀ ਦਾਤਣ ਕਰਦੇ ਹੋਏ ਘੁੰਮਦੇ ਘੁੰਮਦੇ ਪਠਾਨਾਂ ਦੇ ਇਲਾਕੇ ਵਿੱਚ ਚਲੇ ਗਏ ਸਨ ਅਤੇ ਉੱਥੇ ਇੱਕ ਪਠਾਨ ਦੇ ਕਹਿਣ ਉੱਤੇ ਉਸ ਨਾਲ ਤਲਵਾਰਬਾਜ਼ੀ ਦਾ ਮੁਕਾਬਲਾ ਵੀ ਕੀਤਾ। ਪਠਾਨ ਵੀ ਹਰੀ ਸਿੰਘ ਨਲੂਆ ਜੀ ਨੂੰ ਪਹਿਚਾਣ ਨਾ ਸਕੇ ਅਤੇ ਹਰੀ ਸਿੰਘ ਨਲੂਆ ਜੀ ਦੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪਠਾਨ ਆਪ ਉਹਨਾਂ ਨੂੰ ਕਿਲੇ ਤੱਕ ਛੱਡ ਕੇ ਆਏ। ਪਰ ਇਹ ਪਤਾ ਲੱਗਣ ਉੱਤੇ ਕਿ ਜਿਸ ਨੂੰ ਉਹ ਆਮ ਸਿੱਖ ਸਮਝ ਰਹੇ ਸਨ ਉਹ ਖੁਦ ਹਰੀ ਸਿੰਘ ਨਲੂਆ ਜੀ ਸਨ, ਤਾਂ ਉਹਨਾਂ ਨੂੰ ਜ਼ਿੰਦਾ ਛੱਡਣ ਉੱਤੇ ਪਠਾਨਾਂ ਨੂੰ ਬਹੁਤ ਪਛਤਾਵੇ ਦਾ ਸਾਹਮਣਾ ਕਰਨਾ ਪਿਆ। ਸੋ ਇਹ ਸਨ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਜੀਵਨ ਦੇ ਕੁਝ ਅਣਗੌਲੇ ਅਤੇ ਅਣਦੇਖੇ ਪੱਖ। ਇਸ ਵੀਡੀਓ ਦਾ ਅਗਲਾ ਪਾਰਟ ਜਲਦ ਲੈ ਕੇ ਹਾਜ਼ਰ ਹੋਵਾਂਗੇ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਹੋਰ ਜਾਣਕਾਰੀ ਲਈ ਸਾਨੂੰ ਇੰਸਟਾਗ੍ਰਾਮ ਉੱਤੇ ਫੋਲੋ ਕਰੋ, ਲਿੰਕ ਡਿਸਕ੍ਰਿਪਸ਼ਨ ਵਿੱਚ ਹੈ, ਅਤੇ ਜੁੜੇ ਰਹੋ ਟਰੂ ਫੈਕਟਸ ਦੇ ਨਾਲ।